ਬੰਧਨੋ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਧੰਨ ਵਾਹਿਗੁਰੂ ਸਾਹਿਬ ਜੀਓ। ਇਕਤ ਸੀਜੈ ਹਰ ਪ੍ਰਭੂ ਰਾਮ ਰਾਜਿਆ। ਗੁਰ ਦਸੇ ਹਰ ਮਿਲਈ ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ। ਗੁਰ ਮਿਲੇ ਕਿਰਪਾ ਕਰੀ ਹਉ ਗੁਰ ਬਿਟਹੁ ਕੋਲ ਘੁਮਾਇਆ ਰਾਮ ਰਾਜਿਆ। ਜੀਓ ਸਤਿਗੁਰ ਆਗੈ ਦੇਈ ਗੁਰ ਤੁਠਾ ਜੀਓ ਰਾਮ ਰਾਜਿਆ। ਜਨ ਨਾਨਕ ਹਰ ਮਲਈ ਗੁਰ ਤੁਠਾ ਹਰ ਰਾਮ ਰਾਜਿਆ। ਜਨੋ ਨਾਨਕ ਹਰ ਮਿਲਈ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਤਰ ਹੋਏ ਗੁਰੂ ਪਿਆਰਿਓ, ਆਪ ਸਾਰੇ ਹੀ ਅਤੀ ਸਤਿਕਾਰਯੋਗ ਧੰਤਾ ਦੇ ਯੋਗ ਹੋ। ਸਾਹਿਬਾਂ ਦੀ ਮੁਬਾਰਕ ਬਾਣੀ ਪੜ੍ਹਨ ਸੁਣਨ ਸਮਝਣ ਦਾ ਸਾਨੂੰ ਸੁਭਾਗਾ ਵਕਤ ਪ੍ਰਾਪਤ ਹੋਇਆ ਹੈ। ਜੋ ਅੱਜ ਦੇ ਸ਼ਬਦ ਦਾ ਆਪਾਂ ਲਾਸਟ ਵਾਲਾ ਬੰਦ ਕਾਵਿ ਰੂਪ ਦੇ ਵਿੱਚ ਸੁਣਿਆ ਹੈ, ਆਓ ਉਸ ਪਾਵਨ ਸ਼ਬਦ ਦੀ ਵਿਚਾਰ ਆਰੰਭ ਕਰੀਏ। ਆਰੰਭਤਾ ਤੋਂ ਪਹਿਲਾਂ ਸਭ ਨੇ ਗੁਰਫਤਿਹ ਦੀ ਸਾਂਝ ਪਾਉਣੀ, ਪਿਆਰ ਵਿੱਚ ਭਿੱਜ ਕੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਆਪਾਂ ਪਿਛਲੇ ਕਾਫੀ ਦਿਨਾਂ ਤੋਂ ਪੜ੍ਹਦੇ ਆ ਰਹੇ ਹਾਂ, ਜਿਹਦੇ ਵਿੱਚ ਕੱਲ੍ਹ ਦੀ ਵਿਚਾਰ ਜੋ ਹੋਈ ਆ ਉੱਥੇ ਜ਼ਿਕਰ ਕੀਤਾ ਸੀ ਪਾਤਸ਼ਾਹ ਨੇ ਕਿ ਵੀ ਹੇ ਪ੍ਰਭੂ ਪਤੀ ਮਾਲਕ ਜੀ, ਮੈਂ ਜੀਵ ਇਸਤਰੀ ਤੇਰੇ ਸਨਮੁਖ ਆਪਣੇ ਹਿਰਦੇ ਰੂਪੀ ਪ੍ਰੇਮ ਰੂਪੀ ਸੇਜ ਨੂੰ ਵਿਛਾ ਕੇ ਰੱਖ ਚੁੱਕੀ ਹਾਂ। ਕਿਰਪਾ ਕਰੋ, ਤੁਸੀਂ ਆਓ ਮੇਰੀ ਇਸ ਸੇਜ 'ਤੇ ਬਿਰਾਜਮਾਨ ਹੋਵੋ। ਪਰ ਅੱਜ ਦੇ ਸ਼ਬਦ ਦਾ ਫੇਰ ਉਨਾ ਹੀ ਉਦਾਹਰਨਾਂ, ਉਨਾ ਹੀ ਪਾਤਸ਼ਾਹ ਨੇ ਦ੍ਰਿਸ਼ਟਾਂਤਾਂ ਦੇ ਰਾਹੀਂ ਸਾਨੂੰ ਸਮਝਾਇਆ। ਗੱਲ ਕੀ ਕੀਤੀ ਆ? ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ। ਇਕਤ
ਜੇ ਪ੍ਰਮਾਤਮਾ ਇੱਕ ਹੈ ਤਾਂ ਉਹਦੀ ਸੇਜ ਵੀ ਇੱਕ ਆ। ਇਕਤ ਸੇਜੈ ਹਰ ਪ੍ਰਭੂ। ਪਾਤਸ਼ਾਹ ਜੀ ਕਹਿੰਦੇ ਜਿਸ ਜੀਵ ਇਸਤਰੀ ਦੀ ਇੱਕੋ ਹੀ ਹਿਰਦਾ ਰੂਪੀ ਸੇਜ ਤੇ ਆ ਕੇ ਉਹ ਬਿਰਾਜਦਾ ਹੈ। ਸੇਜ ਰੂਪੀ ਜੋ ਵਾਹਿਗੁਰੂ ਪਰਮੇਸ਼ਰ ਦੀ ਬਿਰਾਜਣ ਵਾਲੀ ਥਾਂ ਨਾ, ਉੱਥੇ ਉਹ ਹਰ ਵਕਤ ਹੀ ਰਹਿੰਦਾ। ਕੋਈ ਉਸ ਬੈਠੇ ਮਾਲਕ ਨੂੰ ਵੇਖ ਲੈਂਦਾ ਤੇ ਕੋਈ ਨਹੀਂ ਵੇਖਦਾ। ਜਿਨ੍ਹਾਂ ਨੇ ਵੇਖ ਲਿਆ ਉਹ ਤਰ ਗਏ, ਜਿਨ੍ਹਾਂ ਦਾ ਮਿਲਾਪ, ਜਿਨ੍ਹਾਂ ਦਾ ਉਸ ਵਾਹਿਗੁਰੂ ਪਰਮੇਸ਼ਰ ਮਾਲਕ ਜੀ ਨਾਲ ਮੁਲਾਕਾਤ ਹੋ ਗਈ ਉਹ ਤਰ ਗਏ। ਜਿਨ੍ਹਾਂ ਨੇ ਨਹੀਂ ਵੇਖਿਆ ਉਹ ਰਹਿ ਗਏ। ਫਿਰ ਪਾਤਸ਼ਾਹ ਜੀ ਕੀ ਕਹਿੰਦੇ ਨੇ, ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮਿਲਈ। ਇਹ ਗੱਲ ਕਿਹਨੇ ਦੱਸੀ ਆ ਮੈਨੂੰ? ਹਰ ਦਰਗਹਿ ਕਾ ਵਸੀਠ, ਮਤਲਬ ਗੁਰੂ ਨੇ ਇਹ ਗੱਲ ਮੈਨੂੰ ਸਮਝਾ ਦਿੱਤੀ ਹੈ ਵੀ ਉਹ ਪਰਮਾਤਮਾ ਨੂੰ ਆਪਣੀ ਸੇਜ 'ਤੇ ਬੈਠਿਆਂ ਵੇਖਣਾ ਹੈ ਤਾਂ ਤੈਨੂੰ ਗੁਰੂ ਨਾਲ, ਮਤਲਬ ਦਰਗਾਹ ਦੇ ਵਕੀਲ ਨਾਲ, ਵਿਚੋਲੇ ਨਾਲ ਮਿਲਾਪ, ਮੇਲ ਜੋਲ ਕਰਨਾ ਪਵੇਗਾ। ਉਹ ਵਿਚੋਲਾ, ਉਹ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਸ਼ਬਦ, ਸ਼ਬਦ ਦੀ ਵਿਚਾਰ। ਫਿਰ ਪਾਤਸ਼ਾਹ ਜ਼ਿਕਰ ਕੀ ਕਰਦੇ ਨੇ, ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮਲਈ। ਗੁਰੂ ਨੇ ਮੈਨੂੰ ਦੱਸ ਦਿੱਤਾ ਤੇ ਮੇਰਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਮੇਰਾ ਉਹ ਪਤੀ ਦੇ ਨਾਲ ਮਿਲਾਪ ਹੋ ਗਿਆ ਜਿਸ ਪਤੀ ਦੇ ਜੀਵਨ ਵਿੱਚ ਕੋਈ ਮੌਤ ਨਾਂ ਦੀ ਚੀਜ਼ ਹੈ ਨਹੀਂ। ਉਹ ਆਪਾਂ ਪਿਛਲੇਰੀਆਂ ਵਿਚਾਰਾਂ ਦੇ ਵਿੱਚ ਸੁਣਿਆ ਸੀ ਕਿ ਸਾਡਾ ਪਤੀ ਉਹ ਆ ਜਿਹੜਾ ਪਤੀ ਕਦੇ ਮਰਦਾ ਨਹੀਂ। ਦੁਨੀਆ ਦੇ ਵਿੱਚ ਬੜੇ ਪਤੀ ਨੇ, ਹਰ ਇੱਕ ਜੀਵ ਦਾ ਰਿਸ਼ਤਾ ਇਹ ਜੁੜਿਆ ਪਿਆ ਪਤੀ ਪਤਨੀ ਵਾਲਾ, ਪਰ ਦੁਨੀਆ ਦੇ ਪਤੀ ਨੇ ਜਿਹੜੇ ਉਹ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਂਦੇ ਨੇ, ਪਰ ਸਾਡਾ ਜਿਹੜਾ ਪਤੀ ਆ ਉਹ ਖਤਮ ਨਹੀਂ ਹੁੰਦਾ। ਇਉਂ ਕਹਿ ਲਓ ਸਾਡੇ ਜੀਵਨ ਦੇ ਵਿੱਚ ਵਿਧਵਾਪਣ ਹੈ ਨਹੀਂ ਗਾ, ਸਾਡੇ ਜੀਵਨ ਵਿੱਚ ਅਰੰਡੇਪਾਪਣ ਹੈ ਨਹੀਂ ਗਾ। ਅਸੀਂ ਤਾਂ ਸਦਾ ਹੀ ਸੁਹਾਗਣ ਹਾਂ, ਸਦਾ ਹੀ ਸਾਡਾ ਪਤੀ ਇਸ ਧਰਤੀ ਦਾ ਮਾਲਕ ਉਹ ਜਿਉਂਦਾ ਹੈ, ਜਾਗਦਾ ਹੈ। ਠਾਕੁਰ ਏਕ ਸਬਾਈ ਨਾਲ। ਤੇ ਨਾਲ ਅੱਜ ਆਪਾਂ ਇਹ ਵੀ ਗੱਲ ਕਰਾਂਗੇ ਥੋੜ੍ਹੀ ਜਿਹੀ, ਕਿਉਂਕਿ ਗੱਲ ਪਤੀ ਤੇ ਆ ਗਈ ਨਾ, ਤੇ ਪਤੀ ਦੇ ਮਰਨ ਸੰਬੰਧੀ ਗੱਲ ਆ ਗਈ। ਹੁਣ ਆਪਾਂ ਮਿੱਥੀ ਤਾਂ ਗੱਲ ਹੈ ਨਹੀਂ, ਆਪਣੇ ਆਪ ਆ ਗਈ। ਤੇ ਗੁਰੂ ਕਿਰਪਾ ਕਰੇ, ਅੱਜ ਦਾ ਉਹ ਇੱਕ ਪਖੰਡ ਦਾ ਦਿਨ ਹੈਗਾ ਜਿਸ ਦਿਨ ਬਾਰੇ ਤੁਸੀਂ ਸਾਰੇ ਜਾਣਦੇ ਹੋ, ਜਿਸ ਦਿਨ ਦੇ ਸੰਬੰਧੀ ਨੌਜਵਾਨ ਬੱਚੀਆਂ, ਸਤਿਕਾਰਯੋਗ ਸਾਡੀਆਂ ਭੈਣਾਂ ਆਪਣੇ ਪਤੀ ਦੀ ਲੰਬੀ ਉਮਰ ਦੀ ਸੁੱਖ ਮੰਗਦੀਆਂ ਨੇ। ਚਲੋ ਉਹ ਆਪਾਂ ਗੁਰੂ ਨੂੰ ਪੁੱਛਾਂਗੇ ਵੀ ਕੀ ਜੋ ਅਸੀਂ ਕਰਦੇ ਹਾਂ ਇਹ ਸਹੀ ਆ ਜਾਂ ਗਲਤ ਆ। ਫਿਰ ਗੁਰੂ ਨੇ ਸਾਨੂੰ ਦੱਸ ਦੇਣਾ ਹੈਗਾ। ਪਰ ਸਾਨੂੰ ਇਹ ਪੱਲਾ ਗੁਰੂ ਨੇ ਫੜਾ ਦਿੱਤਾ। ਕਿਹੜਾ ਪੱਲਾ? ਜਿਸ ਪੱਲੇ ਨਾਲ ਜੁੜ ਕੇ ਉਹ ਪੱਲਾ ਕਦੇ ਸਾਡੇ ਹੱਥ ਵਿੱਚੋਂ ਨਿਕਲੇਗਾ ਨਹੀਂ। ਦੁਨੀਆ ਦੇ ਰਿਵਾਜ ਰੀਤੀ ਦੇ ਮੁਤਾਬਕ ਕੋਈ ਫੇਰੇ ਕਰਦਾ, ਕੋਈ ਨਿਕਾਹ ਕਰਦਾ, ਕੋਈ ਵਿਆਹ ਕਰਦਾ ਗਾ, ਉਹ ਰੀਤੀਆਂ ਦੇ ਮੁਤਾਬਕ ਪੱਲਿਆਂ ਦੀਆਂ ਰਸਮਾਂ ਹੁੰਦੀਆਂ ਨੇ, ਪਰ ਉਹ ਪੱਲੇ ਛੁੱਟ ਜਾਂਦੇ ਨੇ, ਉਹ ਪੱਲੇ ਹੱਥਾਂ ਵਿੱਚੋਂ ਨਿਕਲ ਜਾਂਦੇ ਆ ਨਾ, ਸਮਾਂ ਪਾ ਕੇ ਵਿਵਾਦ ਬਣ ਜਾਂਦੇ ਆ, ਝਗੜੇ ਤਕਰਾਰ ਹੋ ਜਾਂਦੇ ਨੇ। ਪਰ ਜਿਹੜਾ ਗੁਰੂ ਪਤੀ ਨੇ ਸਾਨੂੰ ਪੱਲਾ ਦਿੱਤਾ ਨਾ, ਇਹ ਪੱਲਾ ਕਦੇ ਨਹੀਂ ਛੁੱਟੇਗਾ, ਇਹ ਪੱਲਾ ਸਾਡੇ ਹੱਥ ਵਿੱਚੋਂ ਨਹੀਂ ਨਿਕਲੇਗਾ। ਉਸਤਤ ਨਿੰਦਾ ਨਾਨਕ ਜੀ ਮੈਂ ਹੰਬ ਵਜਾਈ ਛੋੜਿਆ, ਹਬ ਕਿਜ ਤਿਆਗੀ ਸਭੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਬੇਸ਼ੱਕ ਇਹ ਪਾਵਨ ਬਾਣੀ ਅਸੀਂ ਆਨੰਦ ਕਾਰਜਾਂ ਦੇ ਵਕਤ ਪੜ੍ਹਦੇ ਹਾਂ, ਉਦੋਂ ਸਾਨੂੰ ਮਹਿਸੂਸ ਹੁੰਦਾ ਵੀ ਜਿਸ ਬੱਚੀ ਦਾ ਆਨੰਦ ਕਾਰਜ ਹੋ ਰਿਹਾ ਇਹ ਉਹ ਬੱਚੀ ਗੱਲ ਕਹਿ ਰਹੀ ਹੈ। ਨਹੀਂ, ਉਸਤਤ ਨਿੰਦਾ ਨਾਨਕ ਜੀ ਮੈਂ, ਪਾਤਸ਼ਾਹ ਜੀ ਕਹਿੰਦੇ ਹੰਬ ਵਜਾਈ ਛੋੜਿਆ, ਸਭ ਕੁਝ ਹੀ ਛੱਡ ਦਿੱਤਾ, ਨਾ ਮੇਰੀ ਜ਼ਿੰਦਗੀ 'ਚ ਉਸਤਤ ਆ,
किसे दे परथाई ना निंदा। उस्तत निंदा दो त्यागे ना खोजे पद नरवाना। दूजे बन्ने भी लिखिया भी दोनों ही छड़ दे, ना उस्तत फोकी उस्तत ते ना ही फोकी निंदिया। अपने कोलों गल बना के करनी वाधू घाटू दी ना, ये दोने काम ही नहीं करने। गुरु दे सिख ने, असली सुहागण ने। हंब बजाई छोड़िया हब किज त्यागी, सारा कुछ ही छड़ दिता। माड़े कर्म मन मत वो आपां पिछले दिनों में सुन लिया, सारा सब कुछ छड़ देना। हब किज त्यागी हब्बे साक कुड़ावे डिठे, तो पल्ले टेंडे लागी। हुण मेरा जीवन अजिहा बन गया, मैं आज़ाद हो गया जां होगी, मैं सारे कम्मां तो मुक्त हो गया, मैं सारे कम्मां तो ना पासे हो गया। मेरे गुरु ने मैनू बरी करा दिता। गुरु मींज बचोला, मेरे बचोले ने ना मैनू बरी करा दिता। कहंदे ना जेल दे विच कैदी बंद आ, कहंदे जेलर आया आके उन्हें वेख्या, कहंदा इन्हां दा खाना वधिया नहीं है ते इन्हां दा खाना चंगा बना के दो, इन्हां नूं बहुत घटिया खाना खा रहे ने। की हो गया जे ये कैद विच बंद ने, कैदी ने, हन तां अक्सर नूं इंसान ना, ते वो चला गया। हुण दूजा जेलर आया, उन्हें आके चैक किया, कहंदा खाना बहुत वधिया पर इन्हां दी रिहाइश बड़ी माड़ी आ। उन्हें रिहाइश वधिया बनाती, वधिया कमरे बना दिते, वधिया पखे कूलर जो सहूलत सी वो दे दिती। हुण एक आया उन्हें खाना वधिया बना दिता, दूजा जेलर आया उन्हें रिहाइश वधिया बना दिती। कैदियां ते तरस कीता एक ने दूजे ने। हुण तीजा आया, उन्हें देखिया रिहाइश बड़ी वधिया, खाना दाना बड़ा वधिया, पर कैद तां कैद ही है ना, जेल तां जेल ही है ना। सियाणे कहंदे पिंजरा भावें सोने का होवे पर पिंजरा तां पिंजरा ही है ना, कैद तां कैद ही है ना, भावें जिन्नियां मर्जी सहूलतां होण उत्थे। हुण इत्थे की आ, वो जेलर आया जिहड़ा 3 नंबर ते आया ना, उहने सारियां ते तरस कीता। वो कहंदा जाओ तुसीं सारे बरी हो, तुहानूं अज तो बाद इस जेल विच नहीं बंद कीता जावेगा। असल कैदी अज खुश होए नेगे, कैदी ना अज खुश होए ने। उन्होंने पुछया भी जिस दिन तुहानूं खाना वधिया दिता उस दिन खुशी आई? कहंदे नहीं, कोई बहुती खुशी नहीं आई। जिस दिन तुहानूं रिहाइश वधिया दित्ती उस दिन तुहानूं खुशी मिली? वो कहंदे नहीं, कोई बहुती खुशी नहीं मिलेगी। अज अज असीं बहुत खुश हाँ। क्यों खुश हाँ? क्योंकि सानूं अज बरी कर दिता, आज़ाद कर दिता। अज असीं अपनी सोच अपने शरीर करके सुतंत्र हो गए, आज़ाद हो गए। हुण इन्हां दे विच्चों आपां एक जेलर नूं चुनना गा, जिन्हें खाना वधिया बनाया वो वधिया, जां जिन्हें रिहाइश वधिया दित्ती वो जेलर वधिया, जां जिन्हें बरी कर दिते वो जेलर वधिया। शायद इहदा उत्तर असीं बड़े सौखे ढंग नाल दे देवांगे भी जिन्हें बरी कीते आ ना वो जेलर चंगा गा। अपना सारिਆਂ ਦਾ जवाब यही होवेगा ना भी जिन्हें बरी कर दिते ना वो वधिया। हुण ये गल किहदी आ? ये गल कैदियां ते जेलर दी नहीं, गल साडी आ। गल साडी आ ना। एक डेरेदार कोले गए, उन्हें खाना वधिया दे दिता। बड़े डेरेदार ने कहंदे ने तुहानूं किसी तरह की प्रॉब्लम नहीं आउण देवांगे, तुसीं साडे नाल जुड़े रहो, तुहानूं खाना दाना सब रिहाइशां वधिया मिलणगीआं। दूजा आया उन्हें घर मकान बना के दे दिते। हुण लोक ये दो चीज़ां च खड़ गए, उलझ गए। कोई खाने ते खड़ गया ते कोई रिहाइश ते खड़ गया। ते हुण तीजी गल, ये एक वो साडा गुरु बाबा गा जिन्हें सानू सच जाणिओ खाण नूं नहीं दिंदा। ये कहंदा नहीं मैं नहीं दिंदा गा, जिथे तैनूं मिलदा उत्थे वग जा। असीं मंग लई रिहाइश, ये कहंदा नहीं मेरे कोल भी नहीं ऑप्शन हैगी तैनूं रिहाइश भी देवां दा, कर ते खा, आपदी वधिया कमाई कर ते रिहाइश वधिया बना ला। नहीं ये भी नहीं देवांगा। होर ये गुरु सानू जेलर आ जिहड़ा ये की देवेगा? ये कहंदा मैं तुहानूं एक चीज़ देवांगा, मैं तुहानूं मुक्त कर देवांगा सब कासे तो, बंधना तो छड़वा देवांगा, तेरे पैरां नाल पईयां होईयां जंजीरां बेड़ियां ये लहा देवांगा। ते सच जाणिओ ये गुरु कोले बहुत घट लोग ने जिहड़े बरी होण आउंदे ने। बहुतिआं दा ध्यान खाण ते बहुतिआं दा ध्यान रिहाइश ते।
ਚੇਤਾ ਰੱਖਿਓ, ਉਹ ਕਿੱਥੇ ਵਾਗੇ? ਉਹ ਜਿੱਥੋਂ ਉਹਨਾਂ ਨੂੰ ਉਹ ਦਾਤਾਂ ਮਿਲਦੀਆਂ ਉੱਥੇ ਹੀ ਵਾਗੇ। ਜਿੱਥੇ ਉਹਨਾਂ ਨੂੰ ਕੁਝ ਵੀ ਮਿਲਦਾ ਨਾ, ਲਾਲਚ ਮਿਲਦਾ, ਉੱਥੇ ਚਲੇ ਗਏ। ਫਿਰ ਸਾਡਾ ਗੁਰੂ ਉਹ ਆ ਭਾਈ ਜਿਹੜਾ ਨਾ ਰਿਹਾਇਸ਼ ਦੀ ਨਾ ਖਾਣੇ ਦੀ ਗੱਲ ਕਰੇ। ਖਾਣਾ ਖਾਣਾ ਉਹ ਵੀ ਤੈਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ। ਮੈਂ ਤੈਨੂੰ ਨਹੀਂ ਇਕੱਲੇ, ਹਰ ਇੱਕ ਜੀਵ ਨੂੰ ਚੁੰਝ ਲਾ ਕੇ ਦਿੱਤੀ ਆ ਵੀ ਆਪਦਾ ਕਮਾ ਤੇ ਖਾ। ਕੀੜੀਆਂ ਨਾ ਉਹ ਵੀ ਆਪਦਾ ਕਮਾਉਂਦੀਆਂ ਤੇ ਖਾਂਦੀਆਂ। ਸਿੱਧਾ ਰੱਬ ਉਹਨਾਂ ਦੇ ਭੌਣ ਤੇ ਆ ਕੇ ਦਾਣੇ ਨਹੀਂ ਸੁੱਟ ਕੇ ਜਾਂਦਾ ਗਾ। ਕਦੇ ਖਿਆਲ ਕਰਕੇ ਵੇਖੀਏ, ਹੈ ਨਾ। ਇੱਦਾਂ ਕਿੰਨੇ ਆਜ਼ਾਦ ਜੰਗਲ ਦੇ ਵਿੱਚ ਜੀਵ ਨੇ, ਪਸ਼ੂ ਨੇ, ਜਿਹੜੇ ਆਪਣਾ ਆਹਾਰ ਆਪ ਕਰਕੇ ਆਪ ਕਮਾ ਕੇ ਖਾਂਦੇ ਨੇ। ਆਪਣਾ ਘੋਰਨਾ ਆਪ ਪੱਟਦੇ ਆ। ਘੁੱਗੀ ਆਪਣਾ ਆਲ੍ਹਣਾ ਆਪ ਬਣਾਉਂਦੀ ਆ। ਤੇ ਫਿਰ ਬੰਦੇ ਨੂੰ ਕਿਉਂ ਟੇਕ ਰੱਖਣੀ ਪਵੇਗੀ ਬਈ ਗੁਰੂ ਤੇ, ਵੀ ਤੂੰ ਮੈਨੂੰ ਸਾਰਾ ਕੁਝ ਕਰਕੇ ਦੇ? ਫਿਰ ਤਾਂ ਇਹਦਾ ਮਤਲਬ ਅਸੀਂ ਲਾਲਚੀ ਵਰਤੀ ਕਰਕੇ ਗੁਰੂ ਕੋਲੇ ਆ ਗਏ। ਨਹੀਂ, ਹੁਣ ਗੁਰੂ ਕੋਲੇ ਆਉਣ ਦਾ ਮਕਸਦ ਅਸੀਂ ਇਹ ਜੇਲਰ ਕੋਲੇ ਤਾਂ ਆਏ ਆ, ਸਾਨੂੰ ਮੁਕਤ ਕਰ ਦੇ। ਫਿਰ ਇਹ ਗੁਰੂ ਸਾਨੂੰ ਨਾ ਮੁਕਤ ਕਰ ਦਿੰਦਾ ਭਾਈ। ਇਹ ਗੁਰੂ ਸਾਨੂੰ ਆਜ਼ਾਦ ਕਰ ਦਿੰਦਾ। ਇਹ ਗੁਰੂ ਸਾਡੇ ਜੀਵਨ ਨੂੰ ਸੁਤੰਤਰ ਕਰ ਦਿੰਦਾ। ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਰਮ ਧਰਮ, ਕੋਈ ਮਾੜਾ ਕੰਮ ਉਹ ਸਤਾਵੇਗਾ ਨਹੀਂ, ਤਪਾਵੇਗਾ ਨਹੀਂ। ਜੋ ਆਪਾਂ ਬਚਨ ਪੜ੍ਹਿਆ ਸੀ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੰਬ ਬਜਾਈ ਛੋੜਿਆ, ਹੱਬ ਕਿਜ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਹੁਣ ਅਸੀਂ ਇਹ ਜੇਲਰ ਦੇ ਪੱਲੇ ਲੱਗਣਾ ਗਾ। ਇਹ ਜੇਲਰ ਕੌਣ ਆ? ਪਤੀ ਵੀ ਹੈ ਸਾਡਾ, ਭਰਾ ਵੀ ਹੈ ਸਾਡਾ, ਗੁਰੂ ਵੀ ਹੈ ਸਾਡਾ, ਸਾਡਾ ਵਿਚੋਲਾ ਵੀ ਆ। ਇਹ ਸਾਰਾ ਕੁਝ ਹੀ ਬਣ ਜਾਂਦਾ। ਜਿਹੜੀ ਭਾਵਨਾ ਨਾਲ ਤੱਕਾਂਗੇ ਇਹ ਉਹੀ ਦਿਖੇਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਆਹ ਅਵਸਥਾ ਜੀਵ ਇਸਤਰੀ ਦੀ, ਸੁਹਾਗਣ ਪਤਨੀ ਦੀ ਹੋਣੀ ਚਾਹੀਦੀ ਆ। ਆਜ਼ਾਦ ਹੋਣੇ ਚਾਹੀਦੇ ਆ। ਮਤਲਬ ਸਾਡੇ ਜੀਵਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਰੋਣ ਕਰਲਾਪ ਵਰਲਾਪ ਨਹੀਂ ਹੋਣਾ ਚਾਹੀਦਾ। ਤੇ ਹੁਣ ਨਾਲ ਅੱਜ ਦੇ ਦਿਨ ਦੀ ਵਿਚਾਰ, ਵਾਹਿਗੁਰੂ ਭਲਾ ਕਰੇ। ਵੈਸੇ ਮੇਰੇ ਕੋਈ ਧਿਆਨ ਵਿੱਚ ਨਹੀਂ ਸੀਗਾ, ਹੁਣੀ ਪਤਾ ਲੱਗਿਆ ਵੀ ਅੱਜ ਇੱਕ ਮਨਮੱਤੀ ਦਿਨ ਹੈਗਾ। ਕਿਉਂਕਿ ਜੇ ਤਾਂ ਆਪਾਂ ਉਹ ਕੰਮ ਕਰਨਾ ਫਿਰ ਤਾਂ ਧਿਆਨ 'ਚ ਹੋਵੇ, ਤਾਂ ਆਪਾਂ ਕੰਮ ਹੀ ਨਹੀਂ ਕਰਨਾ ਗਾ। ਪਖੰਡ ਦਾ ਦਿਨ, ਜਿਸ ਦਿਨ ਦੇ ਸੰਬੰਧ ਵਿੱਚ ਪਤਨੀਆਂ ਵੱਲੋਂ, ਧੀਆਂ ਵੱਲੋਂ, ਸਾਡੀਆਂ ਨੌਜਵਾਨ ਬੱਚੀਆਂ ਵੱਲੋਂ ਨਾ ਇੱਕ ਬਣਦੀ ਰੀਤ ਮੁਤਾਬਕ ਉਹ ਝੰਬੇਲੇ ਵਿੱਚ ਫਸੀਆਂ ਹੋਈਆਂ ਨੇ, ਉਹ ਜੰਜਾਲ ਦੇ ਵਿੱਚ। ਇੱਥੇ ਲਿਖਿਆ ਨਾ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਕਿਜ ਤਿਆਗੀ, ਸਾਰਾ ਕੁਝ ਹੀ ਤਿਆਗ ਦਿੱਤਾ। ਤੇ ਅਜੇ ਵਾਹਿਗੁਰੂ ਭਲਾ ਕਰੇ ਜਿਸ ਬੱਚੀ ਨੇ ਇਹ ਸ਼ਬਦ ਪੜ੍ਹਿਆ ਨਾ, ਉਹ ਵੀ ਅਜੇ ਵਰਤਾਂ ਦੇ ਚੱਕਰ 'ਚ ਆ। ਜਿਹਨੇ ਗੁਰੂ ਨੂੰ ਨਮਸਕਾਰ ਕਰ ਦਿੱਤਾ, ਜਿਹਨੇ ਗੁਰੂ ਪਾਤਸ਼ਾਹ ਨੂੰ ਗੁਰੂ ਗ੍ਰੰਥ ਸਾਹਿਬ ਮੰਨ ਲਿਆ, ਉਹ ਵੀ ਅਜੇ ਪਤੀ ਦੀ ਉਮਰ ਵਧਾਉਣ ਦੇ ਚੱਕਰ 'ਚ ਆ। ਤੇ ਕਦੇ ਸੋਚ ਕੇ ਦੇਖਿਓ ਵੀ ਕਦੇ ਗੁਰੂ ਸਾਹਿਬ ਸਾਨੂੰ ਇਹ ਹਦਾਇਤ ਕਰਦੇ ਜਾਂ ਨਹੀਂ ਕਰਦੇ? ਤੇ ਫਿਰ ਵਧਾਉਣਾ ਕਿਵੇਂ ਆ ਉਹ ਆਪਾਂ ਨੂੰ ਪਤਾ। ਅੱਜ ਦੇ ਦਿਨ ਬਾਜ਼ਾਰ ਵਿਹਲੇ, ਕੱਲ੍ਹ ਵੀ ਹੋਕਾ ਦਿੱਤਾ ਸੀ ਨਾ ਵੀ ਭਾਈ ਫਲਾਣੇ ਘਰ ਨੇ ਫਰੂਟ ਲਿਆਂਦੇ ਨੇਗੇ ਤੇ ਜਾ ਕੇ ਲਿਆਓ। ਸਿੱਧ ਕੀ ਹੋ ਗਿਆ? ਇੱਕ ਬਹਾਨਾ ਹੀ ਆ ਭੁੱਖੇ ਰਹਿਣ ਦਾ, ਤੇ ਬਾਕੀ ਸਾਈਡਾਂ ਤੋਂ ਬਹੁਤ ਚੀਜ਼ਾਂ ਖਾਣ ਨੂੰ ਮਿਲ ਜਾਂਦੀਆਂ ਨੇ, ਬਾਜ਼ਾਰ ਖਾਲੀ ਹੋ ਜਾਂਦੇ ਨੇਗੇ। ਤੇ ਫਿਰ ਗੁਰੂ ਨੇ ਕੀ ਕਿਹਾ? ਛੋਡੇ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡਾ। ਮੰਨ ਲਓ ਵੀ ਗੁਰੂ ਨੇ ਸਾਨੂੰ ਹਰ ਇੱਕ ਵਿਸ਼ੇ ਤੇ ਸਮਝਾਇਆ। ਜੇ ਆਪਾਂ ਗੁਰੂ ਦੀ ਗੱਲ ਸੁਣ ਕੇ ਮੰਨੀਏ ਤਾਂ ਗੁਰੂ ਨੇ ਕੋਈ ਕੱਚ ਨਹੀਂ ਛੱਡਿਆ। ਜਿਹੜੀ ਮਰਜ਼ੀ ਆਪਾਂ ਆਪਣੇ ਦਿਮਾਗ ਦੇ ਵਿੱਚ ਗੱਲ ਲੈ ਆਓ, ਸਵਾਲ ਲਿਆਓ, ਗੁਰੂ ਉਸੇ ਸਵਾਲ ਦਾ ਜਵਾਬ ਦਿੰਦਾ ਗਾ। ਹੁਣ ਚਲੋ ਪਾਤਸ਼ਾਹ ਕਿਰਪਾ ਕਰਨ ਵੀ ਸਾਡੇ ਮਨ ਅੰਦਰ ਸ਼ੰਕਾ ਵੀ ਤੁਹਾਡਾ ਇਹ ਅੰਨ ਛੱਡਣ ਦੇ ਸੰਬੰਧੀ ਕੀ ਵਿਚਾਰ ਆ, ਗੁਰੂ ਸਾਹਿਬ ਨੇ ਮਨਾ ਕਰ ਦਿੱਤਾ। ਪਾਤਸ਼ਾਹ ਜੀ ਜ਼ਿਕਰ ਕੀ ਕਰਦੇ ਨੇ? ਕਹਿੰਦੇ ਭਾਈ ਜਗ ਮੈਂ ਬਖਤ ਹੈ ਦੁੱਧਾ ਧਾਰੀ। ਜੱਗ ਦੇ ਵਿੱਚ ਆਪਣੇ ਆਪ ਨੂੰ ਕੀ ਕਿਹਾ? ਅਸੀਂ ਮੁਕਤਾਂ ਖਾਣੇ ਤੋਂ, ਦੁੱਧਾ ਧਾਰੀਆਂ। ਪਰ ਹੋਇਆ ਕੀ ਆ? ਕਹਿੰਦੇ ਗੁਪਤੀ ਖਾਵੈ। ਗੁਪਤੀ ਤੋਂ ਭਾਵ ਲੁਕ ਕੇ, ਜੱਗ ਤੋਂ ਪਾਸੇ ਹੋ ਕੇ। ਗੁਪਤੀ ਖਾਵੈ ਬਟਕਾ ਸਾਰੀ। ਕਹਿੰਦੇ ਗੁਪਤ ਤੌਰ 'ਤੇ ਲੁਕ ਕੇ, ਕਹਿੰਦੇ ਭਾਈ ਹੁੰਝੇ ਮਾਰ ਦਿੰਦਾ ਗਾ। ਇਹ ਗੱਲ ਭਾਵੇਂ ਉੱਥੇ ਕਿਸੇ ਪਖੰਡੀ ਸਾਧੂ ਦੀ ਕੀਤੀ ਆ, ਪਰ ਢੁਕਦੀ ਹਾਲਾਤਾਂ ਦੇ ਮੁਤਾਬਕ ਸਾਡੇ ਤੇ ਆ। ਗੱਲ ਭਾਵੇਂ ਉੱਥੇ ਪੁਜਾਰੀ ਦੀ ਕੀਤੀ ਆ, ਪਰ ਜੇ ਅਸੀਂ ਪੁਜਾਰੀ ਵਾਲਾ ਕੰਮ ਕਰਾਂਗੇ ਤਾਂ ਗੱਲ ਢੁਕੇਗੀ ਸਾਡੇ ਤੇ। ਕਹਿਣ ਤੋਂ ਭਾਵ ਫਿਰ ਗੁਰੂ ਸਾਹਿਬ ਕਹਿੰਦੇ ਨਾ, ਇਹ ਤੂੰ ਭਾਵ ਪਖੰਡ ਦੇ ਚੱਕਰ 'ਚ ਨਾ ਫਸ। ਤੂੰ ਉਹ ਕੰਮ ਕਰ ਜਿਹੜਾ ਕੰਮ ਗੁਰੂ ਸਾਹਿਬ ਕਰਨ ਲਈ ਕਹਿੰਦੇ ਨੇ। ਤੇਰਾ ਪਤੀ ਤਾਂ ਉਹ ਆ ਜਿਹੜਾ ਕਦੇ ਖਤਮ ਨਹੀਂ ਹੁੰਦਾ, ਜਿਹੜਾ ਕਦੇ ਮਰਦਾ ਨਹੀਂ ਹੈ। ਤੂੰ ਕਿਹੜੇ ਸੁੱਖਾਂ ਦੇ ਚੱਕਰਾਂ 'ਚ ਪਿਆ। ਫਿਰ ਦੂਜੀ ਗੱਲ ਇਹ ਵੀ ਦੇਖੋ, ਕੋਈ ਅਜਿਹਾ ਪਤੀ
बिरला होवेगा जिहड़ा अपने पत्नी दे प्रति इस तरह की भावना रखता होवे। चलो हर साल मेरी पत्नी मेरे संबंध च वर्त रखती है तो मैं अपनी पत्नी के संबंधी लंबी उम्र की सुख मंग लाना, वो अपने काम च बिजी आ। तो उन्हें हस के गल टाल दी, उन्हें गल का गौगा नहीं किया गा, पर पत्नी के अंदर जरूर है। क्यों बई? फिर गुरु साहब जी कहते नहीं, ये दुविधा तेरे अंदर दी, तेरे अंदर दे दुचिता पानागा। चलो पातशाह जी कृपा करते ने, कहते फिर तू अपने आप को ना इन्ना को दलेर बना ला। तो गुरु के सामने तो आप चाहे बच्ची बैठी है तो चाहे बच्चा बैठा गा, दोवें इक्को जे नेगे। अपने आप को इन्ना दलेर बना लै, भाव तेरी दलेरी ते लोग अछ अछ कर उठन। इन्ने सियाने अपने जीवन के संस्कार बना ला, तेनू लोग जग दे विच सलामा करन। नले तू अपने पति का नाम चमकावें ते नले अपना नाम चमकावें। वो किवें? माता नानकी, बेबे नानकी, माता खीवी, बीबी वीरो, माई अमरो, किन्नी मावां ने साडियां, माता गुजर कौर, माता गंगा जी, किन्नी मावां ने साडियां जिन्हां ने अपने पतियां का नाम भी रोशन किया ते अपना नाम भी रोशन किया। फिर गुरु साहब जी कहते इदां दा सुभाव, इदां दा भाव बदला अपने जीवन च लेके आ। सुखा सुखण दे नाल जां पखंड करन दे नाल भाई जिंदगी दा सवार नहीं होवेगा। जिंदगी दा सवारना भाव गुरु नाल जुड़ के होवेगा। ते अपने आप नूं दलेर ते सियाणी बना, सियाणे भी बनाउणा ते दलेर भी बनाउणा। इन्हां एक 2010 की घटना कि वो बाद विच सांझी करांगे, वो किहो जिहे मौके ते याद आ गई, गुरु कृपा करे। इत्थे पातशाह जी फिर जिक्र करते हैं, कहते मैं मन तन प्रेम बराग है राम राजिया। मैं तो भाव मेरे अंदर मन तन, तन करके मन करके बराग। बराग तो भाव की है? मैं मतलब सब कासे तो उपराम हो गया, पासा वट लिया। सब कासे तो भाव की है? इत्थे इत्थे बरागी बने आ ना जिन्ने, उन्होंने अपने परिवार छड्डते, अपने बच्चे छड्डते, खाना दाना छड्डता, पहनना छड्डता, अपने घर मकान छड्डते। इदां बराग नहीं। जे बराग कमाउणा ना, बरागी बनना गा, तो गुरु साहब जी कहते तू सब कुछ छड्ड। वो सब कुछ दे विच की आउंदा गा? बुरियां आदतां, बुरे ख्याल, वो छड्ड पाई। तो सियाणे कहते हैं ना, जो छड्डना सी वो छड्डिया नहीं, जिन्हों नहीं सी छड्डना वो छड्डता। मान लो वरती रखना आपां, एक दिन मान लो भी साल बाद ही मान लो आपां भी, मान लो भी कोई भी भैन इदां दा प्रण करे भी मैं एक दिन वास्ते अपने पति तो किसी भी तरह की दिल की गल लुको के नहीं रखांगी। सोच के वेखो। दूजा पक्ष, मैं एक दिन वास्ते महीने चों जां साल चों जां 6 महीनों चों चुगली ना करनी आ ना सुननी आ। हुण रोटी छड्डना तो कुछ नहीं बनता ना, देखना किसी ना मैं चुगली करनी है ना मैं सुननी आ, आह कुछ छड्डना सीगा। एक दिन वास्ते मान लो 6 महीने जां साल बाद एक दिन मान लो भी कोई भी दिन चुन लो, उहदे दिन दे विच ये मनो भी आपां माड़ा काम नहीं करना गा। बस इन्ना ही आ। मैं ईरखा नहीं करनी, मैं विरोध नहीं करना, मैं मूँह मोटा नहीं करना गा किसे नाल भी, ना अपनी नणंद नाल, ना भरजाई ना दराणी ना जठाणी ना, इवें वीर सोचे। दोनों नूं उपदेश साझा हैगा। मैं अपनी सੱਸ नाल एक दिन साल च लड़ना नहीं है, जां सੱਸ नाल किसी तरह की वैर विरोध वाली गल नहीं करनी। कहण तो भाव जो कुछ छड्डना सी वो उवें बरकरार है, पर जो नहीं सी छड्डना वो आपां छड्डता। भोजन वो छड्डता, कहंदे ना वैसे छड्डिया भी नहीं। दूजा उल्ट पासा तो आपां नूं पता ना, दूजे पासे तो बहुत कुछ बंदा खा जांदा गा। चलो कहण तो भाव गुरु साहब जी कहते भी जिस चीज़ का वर्त रखना सी ना, तो वर्त रखण वालियां चीज़ां वड़ियां ने भाई। इन्हां हत्थां नाल 6 महीनों बाद जां साल बाद जां महीने बाद कोई भी एक दिन ये प्रण कीता माड़ा काम नहीं करांगा। इन्हां पैरां दे नाल लत्तां दे नाल माड़े थां ते मैं चल के नहीं जावांगा, ना ठेके जावांगा ना किते होर जावांगा। ये गल गुरु साहब कहंदे तूं छड्डनी सी, पर ये छड्ड नहीं सके, ते जो नहीं सी छड्डना वो छड्डता। गुरबाणी छड्डती,
ਹੁਣ ਮੰਨ ਲਓ ਵਾਹਿਗੁਰੂ ਭਲਾ ਕਰੇ, वैसे सारियां भैणां सत्कारयोग ने, आपां सारे सूझवान सियाणे बैठे हाँ, जिथों तक भी आवाज़ जाती आ। तो नहीं आपां जे दूजा पासा वेखीए ना, बहुतियां वो भैणां दी भी अज गिणती होवेगी जिन्हां दा अमृत छकिया, जिन्हां नूं वाकायदा पंज प्यारिਆਂ ਦੀ ਬੇਨਤੀ नहीं हुक्म आ। पता ना आपां नूं हुक्म दे विच ते बेनती विच अंतर हुंदा। बेनती हत्थ बन के हुंदी आ ते हुक्म छाती चौड़ी करके कीता जांदा गा। फर्क आ ना। हुण पंज प्यारिਆਂ ने बाकायदा सानू हुक्म कीता, पंज छातियां साडे अगे चौड़ियां हो के ना फिर उन्हें बाकायदा हुक्म कीता गा कि भी कदे नितनेम सिमरन गुरु दे दर्शन दीदार सेवा छड्डनी नहीं। तो पर हुण चेता रखियो, बहुती अज उन्हां दी गिणती होवेगी जिन्हां ने पंज प्यारिਆਂ तो ये हुक्म सुनिया ते अज दा नितनेम भी गया ते गुरु दा दीदार भी गया ते गुरु दी सेवा भी गई, होर ही किसी काम च उलझ जाएंगे। सोच के देखो, उलझ गए ना। मतलब जो हुक्म होया पंज प्यारिਆਂ च गुरु आ, पंज प्यारिਆਂ च की आ गुरु दा निवास। वैसे सब दे विच गुरु दा निवास आ, पर उस टाइम ते जदों सानू अमृत दी बख्शिश हुंदी आ, दात मिलदी आ, ते उदों बकायदा गुरु गोबिंद सिंह खुद हुक्म करदे ने। वो पंज प्यारे कोई नामी नहीं हुंदे गे भी केवल सिंह आ, ज्ञानी जसविंदर सिंह है, जगतार सिंह आ, वो नहीं हुंदे गे। उस टाइम ते उन्हां दे ये नां कट्टे जांदे, उदों खुद गुरु गोबिंद सिंह दा वासा हुंदा उन्हां च। तो सोच के वेखो, जदों गुरु गोबिंद सिंह पंज जणियां विचों दी बोलदा ना, तो वह हुक्म भुल गए तो किसी पखंडी का हुक्म असीं मन लिया। तो मेल के देखो गल नूं भी साडे अज जीवन की जिहड़ी कहानी आ वो किदां दी बन गई। गुरु किरपा करे। गुरु सानू की सिखाउंदा? गुरु सानू दलेरी दिंदा, निडरता, ते गुरु सानू सियाणप दिंदा गा। गुरु सानू ना ये चीज़ां बख्शिश करदा, सियाणप, दलेरी, निडरता ये दिंदा गा। ताइयों गुरु साहब ने इत्थे जिक्र किया, मैं मन तन, मतलब अपनी गल सी बैराग, मेरे अंदर बैराग पैदा हो गया। बैराग दे विच की आ, कुछ घर वार अन्न पानी ही नहीं छड्डना, बैराग दे विच माड़े काम छड्डने आ। बैराग पैदा हो गया। हुण की राम राजिया गुर मेले किरपा करई। हुण मेरे गुरु ने ना मेरे ते अजिही किरपा कीती आ, मैं मेरे मालक तो बिना रह नहीं सकदा। शब्द भी होंदा ना, हाँ रह ना सका बिन प्रीतमा। जदों रागी सिंह ना इस शब्द नूं प्यार दे विच भिज के गाउंदे ने, ते सच जाणिओ जिन्हां ने गुरबाणी नूं अंतर ध्यान अंतर आत्मे गौह दे नाल कदे पढ़िया जां सुनिया। एक तो कमजोरी साडी ये ना भी असीं ना ही पढ़ते हैं ना ही सुनते हैं। जिद्दे बाणी सुनन लग गए ना, पढ़न लग गए, उहदे शरीरक अवस्था साडी बदल जू, ते बैर विरोध ईरखा निकल जू। हुण तां साडे बहुत ज़्यादा अंदर वैर भी आ, विरोध भी आ, बिना गल तो। एक तो गल होवे ना, फिर हुंदा एक बिना गल तो, उस दिन वो निकल जाएगा। फिर गुरु पातशाह जी कहते ना, जदों ये शब्द पढ़िया जाता तो सचमुच मनुख नूं महसूस हुंदा भी हाँ मैं मेरे गुरु बिना रह नहीं सकता, हाँ रह ना सका बिन मेरे प्रीतमा, मेरे प्रीतम तो बिना, मालक तो बिना ना मैं रह नहीं सकता। आखां जीवां मैं कहंदा हाँ तो जिउंदा हाँ, बोलदा हाँ तो जिउंदा हाँ, नहीं बोलदा नहीं जपदा तो मैं मर जांदा हाँ। आखां जीवां बिसरै मर जाऊं। इस पॉइंट में आप कई बारी पढ़िया सुनिया गा, एक विसरना हुंदा गा, एक विछड़ना हुंदा गा, एक तो विछोड़ा हुंदा गा, एक विसारना हुंदा गा। आपां गुरु नूं दिमाग चों विसारना नहीं, विछोड़ा कदे पै सकदा, पै सकदा ना। साडा तां एक गुरुद्वारा साहब भी आ, किहड़ा जिथे परिवार विछड़िया सी मेरे मालक दा, विछोड़ा पिया सीगा, पर विछोड़ा पै गया, रब नूं विसारिया नहीं। इवें जिवें साडी जिंदगी की कहानी होवे, असीं गुरु नालों भावें कदे कोई अजिही घटना बनती है भी दूर भावें हो जाइए थोड़ा जा शरीर करके, पर चित्त चो ना विसारगे, चित्त दे विच जरूर होना चाहिदा गा। इत्थे पातशाह जी कहंदे गुर मेले किरपा करई, मेरे गुरु ने भाई मेरे ते ऐसी किरपा कीती आ, मेरे नाल मेरे परमात्मा नूं मिला दिता। कहण तो भाव अज दी गल मुताबक मैनूं अजिहा पति दे दिता जिस पति दे संबंध विच मैनूं मेरे मालक दी उमर लंबेरी होण दे तकीए लई ना कुछ सुख सुखण दी लोड़ नहीं है, अरदास करन दी लोड़ नहीं है।
ਉਹ परमात्मा ਦੇ ਸੰਬੰਧੀ ਨਾ, ਉਹਦੀ ਵਡੇਰੀ ਉਮਰ ਦੇ ਸੰਬੰਧੀ ਮੈਨੂੰ ਕੁਝ ਬਨੌਟੀ ਉਪਰਾਲਾ ਕਰਨ ਦੀ ਜ਼ਰੂਰਤ ਨਹੀਂ ਹੈ। ਮੇਰੇ ਪਤੀ ਦੀ ਉਮਰ ਤਾਂ ਵੱਡੀ ਛੱਡੋ, ਉਹ ਤਾਂ ਕਦੇ ਮਰਦਾ ਹੀ ਨਹੀਂਗਾ। ਅੱਛਾ, ਮੇਰਾ ਮਾਲਕ ਵੀ ਨਹੀਂ ਮਰਦਾ ਤੇ ਉਹ ਮਾਲਕ ਨਾਲ ਜੁੜ ਕੇ ਮੈਂ ਵੀ ਨਹੀਂ ਮਰਾਂਗਾ ਜਾਂ ਮਰਾਂਗੀ। ਅਸੀਂ ਸਾਰੀ ਜੀਵ ਇਸਤਰੀਆਂ ਨਾ, ਮੈਂ ਵੀ ਨਹੀਂ ਮਰਾਂਗੀ। ਪਰ ਇੱਥੇ ਕਸੂਰ ਸਾਡਾ ਵੀ ਨਹੀਂ ਹੈ। ਥੋੜਾ ਜਿਹਾ ਨਾਲ ਇੱਕ ਹਿੰਟ ਲੈ ਲਿਓ, ਕਿਉਂਕਿ ਸਾਨੂੰ ਅੱਜ ਤੱਕ ਸਬਕ ਜਿਹੜਾ ਨਾ ਉਹ ਅਜਿਹੀ ਪੜ੍ਹਾਇਆ ਗਿਆ ਗਾ। ਸਾਡੇ ਸੰਸਾਰ ਦੇ ਵਿੱਚ ਜਿਹੜੇ ਕਿੱਸੇ ਨੇ ਸੁਣਾਏ, ਅਜੇ ਵੀ ਬਜ਼ੁਰਗਾਂ ਦੇ ਯਾਦ ਹੋਣਗੇ। ਕਿਸੇ ਨੂੰ ਜਪਜੀ ਸਾਹਿਬ ਪੁੱਛ ਗਏ ਨਾ, ਜਪਜੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਅੰਗ ਤੋਂ ਕਿੰਨੇ ਅੰਗ ਤੱਕ ਆ, ਨਹੀਂ ਪਤਾ। ਕਿੰਨੀਆਂ ਪੌੜੀਆਂ ਨੇ, ਨਹੀਂ ਪਤਾ। ਕਿੰਨੇ ਸ਼ਲੋਕ ਨੇ, ਨਹੀਂ ਪਤਾ, ਹੈ ਨਾ। ਜੇ ਪੁੱਛ ਲਈਏ ਹੀਰ ਰਾਂਝੇ ਦਾ ਕਿੱਛਾ, ਉਹ ਕਹਿੰਦਾ ਮੈਨੂੰ ਸਾਰਾ ਯਾਦ ਆ, ਕਹਿੰਦਾ ਮੇਰੇ। ਸੋਹਣੀ ਮਹੀਵਾਲ ਦਾ ਕਹਿੰਦਾ ਮੇਰੇ ਸਾਰੇ ਹੀ ਯਾਦ ਆ, ਕਹਿੰਦਾ ਸੱਸੀ ਪੁੰਨੂ ਸਾਰਾ ਯਾਦ ਆ, ਕਹਿੰਦਾ ਮੇਰੇ ਤਾਂ। ਭਾਵੇਂ ਇਹ ਇੰਟਰਵਿਊ ਆਪਾਂ ਸੱਥਾਂ ਜਾ ਕੇ ਲੈ ਸਕਦੇ ਹਾਂ, ਕਹਿੰਦੇ ਯਾਦ ਆਈ ਸਾਡੇ ਤਾਂ। ਕਹਿੰਦੇ ਵਾਹਿਗੁਰੂ ਭਲਾ ਕਰੇ, ਕਾਸ਼ ਕਦੇ ਸਾਡੇ ਬਾਣੀ ਯਾਦ ਹੁੰਦੀ, ਹੈ ਨਾ। ਉਹਨਾਂ ਕਿੱਸਿਆਂ 'ਚ ਸਾਨੂੰ ਕੀ ਸਿਖਾਇਆ, ਉਹ ਸਾਡੇ ਸਕੂਲਾਂ ਦੇ ਵਿੱਚ ਵੀ ਪੜ੍ਹਾਉਂਦੇ ਨੇ ਸਾਨੂੰ, ਬੱਚਿਆਂ ਨੂੰ ਲੈ ਪੜ੍ਹਾਉਂਦੇ ਆ ਨਾ। ਇੱਥੋਂ ਕੀ ਪਤਾ ਲੱਗਦਾ, ਅਸੀਂ ਸਰੀਰ ਕਰਕੇ ਭਾਵੇਂ ਆਜ਼ਾਦੀ ਦਾ ਦਿਨ ਮਨਾਉਂਦੇ ਆ, ਪਰ ਸੋਚ ਸਾਡੀ ਗੁਲਾਮ ਆ। ਮਾਨਸਿਕ ਤਲ ਤੇ ਅਸੀਂ ਗੁਲਾਮ ਆ। ਮਾਨਸਿਕ ਤਲ ਤੇ ਕੋਈ ਬੋਲ ਨਹੀਂ ਸਕਦਾ। ਹੁਣ ਸੋਚ ਕੇ ਵੇਖੋ ਵੀ ਜਿਹੜੀਆਂ ਗੱਲਾਂ ਸਾਨੂੰ ਪੜ੍ਹਾਈਆਂ ਜਾਂਦੀਆਂ, ਸਾਨੂੰ ਗਵਈਏ ਸੁਣਾ ਕੇ ਜਾਂਦੇ ਨੇ, ਤੇ ਉਹ ਗੱਲਾਂ ਦੇ ਰਾਹੀਂ ਔਰਤ ਨੂੰ ਭੰਡਿਆ ਗਿਆ। ਇੰਨਾ ਭੰਡਿਆ ਗਿਆ, ਇੰਨਾ ਕੁੱਟਿਆ ਗਿਆ, ਇੰਨਾ ਮਾਰਿਆ ਗਿਆ, ਇਹਨੂੰ ਮਜਬੂਰ ਵੀ ਕਰਤਾ। ਜਿਵੇਂ ਅਸੀਂ ਕਹਾਂਗੇ ਨਾ ਉਵੇਂ ਕਰਨਾ, ਤੈਂ ਸਾਡੇ ਮੂਹਰੇ ਬੋਲਣਾ ਨਹੀਂ ਹੈ। ਅੱਜ ਵੀ ਨਾ ਪਤੀ ਭਾਵੇਂ ਅੱਤ ਦਾ ਨਸ਼ੇ ਕਰਦਾ ਹੋਵੇ, ਅੱਤ ਦੇ ਭਾਵ ਉਹਨੇ ਦੁਨੀਆ ਦਾ ਨਸ਼ਾ ਹੀ ਨਾ ਕੋਈ ਛੱਡਿਆ ਹੋਵੇ, ਪਰ ਔਰਤ ਨੂੰ ਉਹਦੇ ਅੱਗੇ ਹੱਥ ਬੰਨਣੇ ਪੈਂਦੇ ਨੇਗੇ। ਤੇ ਔਰਤ ਭਾਵੇਂ ਲੱਖ ਸਿਆਣੀ ਹੋਵੇ, ਫਿਰ ਵੀ ਉਹਨੂੰ ਵਿਚਾਰੀ ਨੂੰ ਹੱਥ ਬੰਨਣੇ ਪੈਂਦੇ ਆ। ਕਿਉਂ? ਕਿਉਂਕਿ ਗੁਆਂਢੀ ਰਿਸ਼ਤੇਦਾਰ ਸਾਰੇ ਕੀ ਕਹਿੰਦੇ ਨੇ, ਚੱਲ ਕੁੜੇ ਤੂੰ ਚੁੱਪ ਕਰ ਜਾ। ਪਰ ਪਾਠ ਕੀ ਪੜਾਤਾ ਵੀ ਤੂੰ ਨਾ ਬੋਲੇ ਦੇ ਮੂਹਰੇ। ਹੁਣ ਇਹ ਸਾਨੂੰ ਸਾਰਾ ਕੁਝ ਪੜਾਇਆ ਗਿਆ। ਲੈ ਤੇਰੇ ਨੂੰ ਵੱਡਾ ਹੈਗਾ, ਫਿਰ ਵੀ ਪਤੀ ਦਾ ਰੁਤਬਾ ਹੈਗਾ। ਪਤੀ ਦਾ ਰੁਤਬਾ ਹੈ, ਪਰ ਉਹ ਪਤੀ ਕਹਾਉਣ ਦੇ ਯੋਗ ਹੈ ਹੀ ਨਹੀਂਗਾ। ਉਹ ਤਾਂ ਇੰਨਾ ਨਸ਼ਈ ਆ, ਇੰਨਾ ਗਲਤ ਹੈਗਾ ਵੀ ਮੈਂ ਉਹਨੂੰ ਪਤੀ ਕਿਵੇਂ ਸਵੀਕਾਰ ਕਰਾਂ, ਕਿਵੇਂ ਮੰਨਾਂ। ਕਹਿਣ ਤੋਂ ਭਾਵ ਦੁਨੀਆ ਦੀ ਕਲਮ ਨੇ, ਆਪਾਂ ਸੌਖਾ ਤੇ ਸੰਖੇਪ ਕਰ ਦਈਏ, ਦੁਨੀਆ ਦੀ ਕਲਮ ਨੇ ਜਿਹੜੀ ਲਿਖਤ ਲਿਖੀ ਆ ਨਾ, ਉਹ ਔਰਤ ਨੂੰ ਭੰਡਣ ਦੇ ਸੰਬੰਧ ਵਿੱਚ ਲਿਖੀ ਆ। ਇੱਥੇ ਤਾਂ ਗੋਰਖਨਾਥ ਵਰਗਿਆਂ ਨੇ ਔਰਤ ਨੂੰ ਭੰਡਿਆ। ਇੱਥੇ ਤਾਂ ਆਪਾਂ ਨੂੰ ਪਤਾ ਨਾ, ਬ੍ਰਹਮਾ ਵਿਸ਼ਨੂੰ ਵਰਗਿਆਂ ਨੇ ਔਰਤ ਨੂੰ ਭੰਡਿਆ। ਇੱਕ ਮੈਂ ਥੋੜਾ ਸਵਾਲ ਕਰਦਾ, ਤੁਸੀਂ ਧਿਆਨ ਦਿਓ। ਮੰਨ ਲਓ ਸਾਡੇ ਸਮਾਜ ਦੇ ਵਿੱਚ ਨਾ ਇੱਕ ਰੀਤ ਆ, ਇਹ ਬਾਬਿਆਂ ਦੀ ਰੀਤ ਆ, ਕਹਿੰਦੇ ਔਰਤ ਨੂੰ ਮੱਥੇ ਨਹੀਂ ਲਾਉਣਾਗਾ। ਹੁਣ ਜਿਹੜੇ ਬਾਬੇ ਨੇ ਗੱਲ ਕਹੀਤੀ ਔਰਤ ਨੂੰ ਮੱਥੇ ਨਹੀਂ ਲਾਉਣਾ, ਉਹ ਬਾਬਾ ਪੂਰੇ ਵਰਲਡ ਦੇ ਲੋਕਾਂ ਵਿੱਚੋਂ ਕਮਜ਼ੋਰ ਆ, ਮਾੜਾ ਗਾ ਜਿਹਨੇ ਗੱਲ ਕਹਿ ਦਿੱਤੀ। ਇਹ ਨੋਟ ਕਰ ਲਿਓ। ਕਿਉਂ? ਕਿਉਂਕਿ ਉਹਦੀਆਂ ਅੱਖਾਂ ਉਹਦੇ ਕੰਟਰੋਲ 'ਚ ਨਹੀਂ ਹੈਗੀਆਂ। ਹੁਣ ਇੱਥੇ ਸੋਚ ਕੇ ਦੇਖੋ, ਇੱਥੇ ਔਰਤ ਨੂੰ ਪਾਸੇ ਕੀਤਾ, ਕਹਿੰਦੇ ਮੰਦਿਰ 'ਚ ਨਹੀਂ ਜਾਣਾ ਇਹਨੇ। ਕਿਉਂ? ਕਹਿੰਦੇ ਉੱਥੇ ਸਾਡੀ ਸੁਰਤ ਉਖੜ ਜੂ। ਕਮਾਲ ਦੀ ਗੱਲ ਆ ਗਈ। ਔਰਤ ਨੇ ਮਰਦ ਦੇ ਬਰੋਬਰ ਗੁਰੂ ਕੋਲੇ, ਆਪਣੇ ਇਸ਼ਟ ਕੋਲੇ ਆਉਣਾ, ਤੇ ਇੱਥੇ ਕਮਜ਼ੋਰੀ ਤਾਂ ਬੰਦੇ ਦੀ ਆ ਜਿਹਦੀ ਸੁਰਤ ਉਖੜਦੀ ਆ, ਤੇ ਔਰਤ ਦਾ ਕੀ ਕਸੂਰ ਆ? ਕਹਿੰਦੇ ਔਰਤ ਨੇ ਸਾਡੇ ਮੱਥੇ ਨਹੀਂ ਲੱਗਣਾ, ਜੇ ਮੱਥੇ ਲੱਗੂ ਇਹਨੂੰ ਸਜ਼ਾ ਮਿਲੂਗੀ। ਇਹਨੂੰ ਇੰਨਾ ਡਰਾਤਾ ਵਿਚਾਰੀ ਨੂੰ ਕਿ ਇਹਨੂੰ ਮਜਬੂਰ ਕਰਤਾ ਵੀ ਜਿਵੇਂ ਅਸੀਂ ਕਹਾਂਗੇ ਨਾ ਤੈਨੂੰ ਉਵੇਂ ਕਰਨਾ ਪਵੇਗਾ। ਤੂੰ ਮਸਜਿਦ ਵਿੱਚ ਨਹੀਂ ਜਾ ਸਕੇਂਗੀ। ਤੇ ਬਾਬੇ ਨਾਨਕ ਨੇ ਪਹਿਲਾਂ ਬੇਬੇ ਨਾਨਕੀ ਨੂੰ ਮੂਹਰੇ ਰੱਖਿਆ ਗਾ, ਪਿੱਛੇ ਨਹੀਂ ਰੱਖਿਆ, ਮੂਹਰੇ। ਬੇਬੇ ਨਾਨਕੀ ਨੂੰ ਨਹੀਂ, ਪੂਰੇ ਵਰਲਡ ਦੀ ਦੁਨੀਆ ਦੇ ਵਿੱਚ ਔਰਤ ਨੂੰ, ਮਾਂ ਨੂੰ, ਭੈਣ ਨੂੰ, ਬੱਚੀ ਨੂੰ ਅੱਗੇ ਰੱਖਿਆ ਗਾ। ਸੋ ਕੋ ਮੰਦਾ ਆਖੀਏ ਜਿੱਤ ਜੰਮੈ, ਰਜਾਨ ਦਾ ਪਾਠ ਪੜਾਇਆ ਗਾ। ਪਾਠ ਪੜਾਇਆ ਨਾ। ਹੁਣ ਆਪਣੀ ਗੱਲ ਸੀ, ਦੁਨੀਆ ਦੀ ਕਲਮ ਨੇ ਔਰਤ ਨੂੰ ਭੰਡਿਆ। ਤੁਲਸੀਦਾਸ ਵਰਗਿਆਂ ਨੇ ਲਿਖਿਆ ਨਾ, ਸ਼ੂਦਰ ਢੋਰ ਪਛ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਕਹਿੰਦੇ ਸ਼ੂਦਰ, ਪਸ਼ੂ, ਢੋਰ, ਗਵਾਰ, ਮੂਰਖ, ਔਰਤ, ਇਹ ਕਹਿੰਦੇ ਨਾ ਸਾਰੇ ਡੰਡੇ ਦੇ ਹੱਕਦਾਰ ਨੇ। ਇਹ ਜਿੱਧਰੋਂ ਵੀ ਆਵੇ ਉਧਰ ਹੀ ਦੋ ਡੰਡੇ ਧਰ ਦਿਓ ਇਹਨਾਂ ਦੇ, ਬਸ ਇੰਨੀ ਗੱਲ ਕਹੀ ਉਹਨਾਂ ਨੇ। ਅੱਛਾ, ਵਾਹਿਗੁਰੂ ਭਲਾ ਕਰੇ ਜਿਨ੍ਹਾਂ ਨੇ ਸਾਨੂੰ ਇੱਦਾਂ ਲਿਖਿਆ ਨਾ, ਤੇ ਸ਼ਾਇਦ ਉਹਨਾਂ ਨੂੰ ਸਾਡੀ ਦੁਨੀਆ ਵਿੱਚ ਪੂਜਿਆ ਜਾਂਦਾ ਗਾ।
ਉਹਨਾਂ ਨੂੰ ਦੇਵਤੇ ਮੰਨਿਆ ਜਾਂਦਾ, ਬਾਬੇ ਨਾਨਕ ਨੂੰ ਦੇਵਤਾ ਕੋਈ ਮੰਨਦਾ ਨਹੀਂ। ਤਾਈਓਂ ਅਸੀਂ ਪਿੱਛੇ ਰਹਿ ਗਏ, ਤਾਈਓਂ ਪਿੱਛੇ ਰਹਿ ਗਏ ਨਾ। ਮਤਲਬ ਜਿਹਨੇ ਸਾਨੂੰ ਭੰਡਿਆ ਉਹਨੂੰ ਅਸੀਂ ਵਡਿਆਈ ਦਿੱਤੀ, ਸਲਾਹਿਆ। ਹੁਣ ਗੋਰਖਨਾਥ ਵਰਗਿਆਂ ਨੇ ਭੰਡਿਆ ਨਾ, ਵੱਡੀਆਂ ਭੈਣਾਂ ਬੜੇ ਪਰਿਵਾਰ ਹੋਣਗੇ ਜਿਹੜੇ ਉਹਦੇ ਪੁਜਾਰੀ ਨੇ। ਬ੍ਰਹਮਾ ਵਿਸ਼ਨੂੰ ਵਰਗਿਆਂ ਨੇ ਭੰਡਿਆ ਨਾ, ਬੜੇ ਪਰਿਵਾਰ ਹੋਣਗੇ ਜਿਹੜੇ ਉਹਦੇ ਪੁਜਾਰੀ ਨੇ। ਭਾਵ ਅਨੇਕਾਂ ਹੀ ਇਸ ਧਰਤੀ ਤੇ ਸੰਤ ਮਹੰਤ ਆਏ ਜਿਨ੍ਹਾਂ ਨੇ ਔਰਤ ਨੂੰ ਭੰਡਿਆ ਤੇ ਅਸੀਂ ਉਹਦੀ ਪੂਜਾ ਕਰਦੇ ਹਾਂ। ਤੇ ਜਿਹਨੇ ਬਾਬੇ ਨਾਨਕ ਨੇ ਸਾਨੂੰ ਸਲਾਹਿਆ ਤੇ ਬਾਬੇ ਨਾਨਕ ਦੀ ਕੋਈ ਗੱਲ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ। ਚਲੋ ਮੇਰੇ ਕਹਿਣ ਤੋਂ ਭਾਵ ਦੁਨੀਆ ਦੀ ਕਲਮ ਨੇ ਔਰਤ ਨੂੰ ਭੰਡਿਆ, ਰੱਜ ਕੇ ਭੰਡਿਆ। ਦੁਨੀਆ ਦੀ ਕਲਮ ਨੇ, ਦੁਨੀਆ ਦੀ ਕਲਮ ਜਦੋਂ ਚੱਲੀ ਔਰਤ ਦੇ ਮੁਖ ਤੇ ਚੱਲੀ ਆ। ਆ ਜਿੰਨੇ ਗੀਤਕਾਰ ਨੇ, ਜਿੰਨੇ ਅਸੀਂ ਸੁਣਦੇ ਆ ਨਾ ਪੈਲਸਾਂ ਦੇ ਵਿੱਚ, ਸਾਡਾ ਜੇ ਵਿਆਹ ਅਧੂਰਾ ਇਹਨਾਂ ਗਾਇਕਾਂ ਬਿਨਾਂ, ਇਹਨਾਂ ਲੋਕਾਂ ਬਿਨਾਂ ਸਾਡਾ ਵਿਆਹ ਬੱਚੀ ਬੱਚੇ ਦਾ ਅਧੂਰਾ। ਬਾਪੂ ਮੂਹਰੇ ਜਾ ਕੇ ਆਰਕੈਸਟਰਾ ਵਾਲੀਆਂ ਮੂਹਰੇ ਜਾ ਕੇ ਡੀਜੇ ਵਾਲੇ ਬੁੱਕ ਕਰਕੇ ਆਉਂਦਾ ਗਾ, ਕਰਦਾ ਨਾ ਆਪਾਂ ਨੂੰ ਪਤਾ। ਕਹਿੰਦੇ ਨਾ 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 ਇਹਨਾਂ ਬਣਾ ਤਾਂ ਵਿਆਹ ਹੀ ਅਧੂਰਾ ਸਾਡਾ। ਅੱਛਾ, ਉਹਨਾਂ ਗੀਤਾਂ 'ਚ ਕੀ ਸੁਣਾ ਜਾਂਦਾ? ਔਰਤ ਦੇ ਮੁੱਖ ਦੀ ਗੱਲ ਕੀਤੀ ਜਾਂਦੀ ਹੈ। ਵਾਹਿਗੁਰੂ ਭਲਾ ਕਰੇ, ਤੁਸੀਂ ਇਸ਼ਾਰਾ ਸਮਝਦੇ ਹੋਗੇ। ਤੇ ਬਾਬੇ ਨਾਨਕ ਦੀ ਜਿਹੜੀ ਕਲਮ ਚੱਲੀ ਹੈਗੀ, ਇਹ ਕਲਮ ਨੇ ਔਰਤ ਦੀ ਕੁੱਖ ਤੇ ਬਿਆਨ ਕੀਤਾ ਗਾ। ਹੁਣ ਇਸ ਗੱਲ ਨੂੰ ਨੋਟ ਕਰ ਲਿਓ, ਦੁਨੀਆ ਦੀ ਕਲਮ ਸਾਡੀਆਂ ਭੈਣਾਂ ਦੇ ਮੁੱਖ ਤੇ ਲਿਖਦੀ ਆ ਤੇ ਬਾਬੇ ਨਾਨਕ ਦੀ ਕਲਮ ਕੁੱਖ ਤੇ ਚੱਲਦੀ ਆ। ਸੋ ਕੋ ਮੰਦਾ ਆਖੀ ਹੈ ਜਿਤ ਜੰਮੈ, ਰਜਾਨ ਦੀ ਗੱਲ ਕੀਤੀ ਨੇ। ਜਦੋਂ ਜਨਮ ਦੀ ਗੱਲ ਕੀਤੀ ਹੈ ਤਾਂ ਕੁੱਖ ਦੀ ਗੱਲ ਕੀਤੀ ਆ। ਮੇਰੀ ਮਾਂ, ਮੇਰੀ ਬੱਚੀ, ਮੇਰੀ ਧੀ, ਮੇਰੀ ਭੈਣ ਦੀ ਕੁੱਖ ਕਿੱਡੇ ਵੱਡੇ ਭਾਗਾਂ ਵਾਲੀ, ਜਿਹੜੀ ਵੱਡੇ ਵੱਡੇ ਰਾਜੇ ਮਹਾਰਾਜਾ ਨੂੰ ਜਨਮ ਦਿੰਦੀ ਆ। ਤੇ ਦੁਨੀਆ ਮੁੱਖ, ਸੋਚ ਕੇ ਦੇਖੋ। ਹੁਣ ਕਹਿਣ ਤੋਂ ਭਾਵ ਵੀ ਸਾਡੇ ਸਮਾਜ ਨੇ ਔਰਤ ਨਾਲ ਧੱਕਾ ਵਿਤਕਰਾ ਵੀ ਬਹੁਤ ਕੀਤਾ ਗਾ, ਬਣਦਾ ਹੱਕ ਨਹੀਂ ਦਿੱਤਾ ਗਾ। ਪਰ ਉੱਥੇ ਸਿਆਣਿਆਂ ਦੇ ਬੋਲ ਨੇ, ਤਾੜੀ ਦੋਵਾਂ ਹੱਥਾਂ ਨਾਲ ਪੈਂਦੀ ਆ, ਇੱਕ ਨਾਲ ਨਹੀਂ ਪੈਂਦੀ ਗੀ। ਤੇ ਸਾਡਾ ਸੁਭਾਅ ਕਿਹੋ ਜਿਹਾ ਬਣਾਇਆ ਗਾ, ਉਹ ਆਪਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਸੇਧ ਮਿਲਦੀ ਆ। ਵੈਸੇ ਇੱਥੇ ਜਿੰਨਾ ਮਰਜ਼ੀ ਆਪਾਂ ਬੋਲੀ ਚੱਲੀਏ ਬਹੁਤ ਵੱਡਾ ਪੱਖ ਬਣ ਜਾਵੇਗਾ, ਪਰ ਸੰਖੇਪ ਗੁਰੂ ਨਾਨਕ ਸਾਹਿਬ ਨੇ ਬੇਬੇ ਨਾਨਕੀ ਦੇ ਜੀਵਨ ਵਿੱਚੋਂ ਸਾਨੂੰ ਕੀ ਕੀ ਸਿਖਾਇਆ ਗਾ, ਗੌਰ ਕਰਕੇ ਵੇਖੋ ਕਦੇ। ਉਹਨਾਂ ਦਾ ਜ਼ਿੰਦਗੀ ਦਾ ਵਿਹਾਰ ਕਿਹੋ ਜਿਹਾ ਗਾ। ਉਹ ਤਪਦੇ ਬਾਪ ਦੇ ਹਿਰਦੇ ਨੂੰ ਠੰਡਾ ਕਰਨ ਵਾਲੀ ਬੱਚੀ, ਉਹ ਵੀਰ ਨੂੰ ਪ੍ਰਚਾਰਕ ਦੌਰੇ ਤੇ ਤੋਰਨ ਵੇਲੇ ਰਵਾਬ ਦੇਣ ਵਾਲੀ ਸਾਡੀ ਭੈਣ, ਉਹ ਸਾਡੀ ਭੈਣ ਉਹ ਆ ਜਿਹਦੇ ਘਰ ਵਿੱਚ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਔਲਾਦ ਨਹੀਂ ਹੋਏਗੀ, ਪਰ ਫਿਰ ਵੀ ਕਿੱਡੇ ਸਬਰ ਦੇ ਵਿੱਚ ਆ। ਮੈਂ ਮੇਰੇ ਵੀਰ ਦੇ ਨਿਯਮ ਨਹੀਂ ਤੋੜਾਂਗੀ, ਨਾ ਮੈਂ ਨਹੀਂ ਕਿਤੇ ਜਾਣਾਗਾ, ਮੈਂ ਨਹੀਂ ਕਿਤੇ ਜਾਣਾ। ਦੁਨੀਆ ਕਹਿੰਦੀ ਆ, ਗੁਆਂਢੀ ਕਹਿੰਦੇ ਆ, ਰਿਸ਼ਤੇਦਾਰ ਕਹਿੰਦੇ ਆ, ਕਹਿੰਦੇ ਤੇਰਾ ਨਾਂ ਨਹੀਂ ਰਹਿਣਾ। ਉਹ ਕਹਿੰਦੀ ਨਹੀਂ, ਨਾਂ ਮੇਰਾ ਮੇਰੇ ਕਰਮਾਂ ਕਰਕੇ ਰਹਿਣਾ ਗਾ, ਮੇਰੀ ਔਲਾਦ ਕਰਕੇ ਨਹੀਂ। ਔਲਾਦ ਕਰਕੇ ਥੋੜੀ ਨਾਂ ਹੁੰਦਾ, ਨਾਂ ਤਾਂ ਬੰਦੇ ਦੇ ਕਰਮ ਕਰਕੇ ਹੁੰਦਾ। ਬੰਦੇ ਦਾ ਕੰਮ ਕਿਹੋ ਜਿਹਾ ਗਾ। ਤੇ ਹੁਣ ਬੇਬੇ ਨਾਨਕੀ ਨੂੰ ਕੌਣ ਨਹੀਂ ਜਾਣਦਾ? ਕਹਿਣ ਤੋਂ ਭਾਵ ਬੇਬੇ ਨਾਨਕੀ ਨੇ ਕਿੰਨਾ ਕੁਝ ਸਮਝਾ ਦਿੱਤਾ। ਦੁਨੀਆ ਦੀ ਕਲਮ, ਫਿਰ ਗੱਲ ਕਲਮ ਤੇ ਆ ਗਈ। ਕੀ ਕਹਿੰਦੀ ਆ? ਕੋਈ ਕਮਲਾ ਪਰਿਵਾਰ ਸੀਗਾ ਜਿਹਦਾ ਆਪਾਂ ਪਹਿਲਾਂ ਨਾਂ ਲੈ ਲਿਆ, ਵਾਰ-ਵਾਰ ਨਹੀਂ ਨਾ, ਚਲੋ ਆਪਣਾ ਧਿਆਨ ਉੱਥੇ ਵਗ ਜੂਗਾ। ਉਹਨੇ ਪੱਕੇ ਘੜੇ ਤੇ ਨਦੀ ਵਿੱਚੋਂ ਲੰਘਣਾ ਅੱਗੇ, ਤੇ ਉਹ ਤੇ ਗਾਣੇ ਵੀ ਗਾਤੇ, ਲੋਕਾਂ ਨੇ ਗਾਏ ਨਾ ਗਾਣੇ। ਉਹ ਪੱਕੇ ਘੜੇ ਦੀ ਥਾਂ ਤੇ ਕੱਚਾ ਘੜਾ ਰੱਖਤਾ। ਰਿਸ਼ਤਾ ਕੀ ਆ? ਨਣਦ ਭਰਜਾਈ ਦਾ। ਵੈਸੇ ਤਾਂ ਭਰਜਾਈ ਨੇ ਚੰਗਾ ਹੀ ਕੀਤਾ ਨਾ, ਵੀ ਡੁੱਬ ਕੇ ਮਰੂ ਪਰੇ, ਕੀ ਕਰਾਉਣਾ ਇਹ ਜੀ ਤੋਂ, ਚੰਗਾ ਹੀ ਕੀਤਾ ਨਾ। ਤੇ ਉੱਥੇ ਭਰਜਾਈ ਨੂੰ ਲੋਕਾਂ ਦੀ ਕਲਮ ਨੇ ਮਾੜਾ ਕਿਹਾ ਗਾ। ਤੇ ਹੁਣ ਬਾਬੇ ਨਾਨਕ ਦੇ ਇਤਿਹਾਸ ਵਿੱਚ ਆ ਜਾਓ। ਇੱਥੇ ਬਾਬਾ ਨਾਨਕ ਸੱਚ ਦਾ ਪ੍ਰਚਾਰ ਕਰਨ ਜਾਂਦਾ ਤੇ ਬੇਬੇ ਨਾਨਕੀ ਨਣਦ ਦੇ ਰੂਪ 'ਚ ਆ, ਤੇ ਬਾਬੇ ਨਾਨਕ ਦੇ ਘਰ ਵਾਲੀ ਮਾਤਾ ਸੁਲੱਖਣੀ ਭਰਜਾਈ ਦੇ ਰੂਪ 'ਚ ਆ। ਸੋਚ ਕੇ ਦੇਖੋ ਕਿੱਡਾ ਮਹਾਨ, ਕਿੱਡਾ ਪਵਿੱਤਰ ਤੇ ਕਿੱਡਾ ਸੋਹਣਾ ਰਿਸ਼ਤਾ ਗਾ। ਨਣਦ ਤੇ ਭਰਜਾਈ ਦੀ ਕਿੰਨੀ ਆਪਸ ਵਿੱਚ ਪਿਆਰ ਭਰੀ ਗੱਲਬਾਤ ਆ ਗਈ, ਕਿੰਨਾ ਉਹਨਾਂ ਦਾ ਜ਼ਿੰਦਗੀ ਦਾ ਸੋਹਣਾ ਵਿਵਹਾਰ ਹੈਗਾ। ਇੱਕ ਵੀ ਥਾਂ ਤੇ ਅਜਿਹਾ ਨਹੀਂ ਆਉਂਦਾ ਵੀ ਅੱਜ ਬੇਬੇ ਨਾਨਕੀ ਨੇ ਆਪਣੀ ਭਰਜਾਈ ਤੇ ਟਿੱਪਣੀ ਕੀਤੀ ਜਾਂ ਭਰਜਾਈ ਨੇ ਬੇਬੇ ਨਾਨਕੀ ਤੇ ਟਿੱਪਣੀ ਕੀਤੀ, ਕਿਤੇ ਵੀ ਨਹੀਂ ਆਉਂਦਾ। ਇਹ ਕੇਵਲ ਇੱਕ ਨਹੀਂ, ਸਾਡਾ A ਤੋਂ ਲੈ ਕੇ Z ਤੱਕ ਇਤਿਹਾਸ ਮਹਾਨ ਇਤਿਹਾਸ ਹੈਗਾ, ਜੇ ਆਪਾਂ ਧਿਆਨ ਨਾਲ ਪੜ੍ਹੀਏ ਤੇ ਸੁਣੀਏ। ਤੇ ਨਹੀਂ ਭਾਈ ਆਪਾਂ ਸਾਖੀਆਂ ਬਾਬਿਆਂ ਤੋਂ ਸੁਣਦੇ ਹੀ ਆ, ਉਹ ਸਾਰਾ ਕੁਛ ਆਪਾਂ ਨੂੰ ਪਤਾ ਹੀ ਆ। ਬਾਬਿਆਂ ਦਾ ਵੀ ਨਾਲ ਨਾਲ ਖੜਾ ਛੱਡਣਾ ਪਊਗਾ। ਗੁਰੂ ਦੀ ਗੱਲ, ਗੁਰੂ ਦੇ ਇਤਿਹਾਸ ਨਾਲ ਮੇਲ ਕੇ ਜਦੋਂ ਪੜ੍ਹਾਂਗੇ ਸੁਣਾਂਗੇ ਨਾ, ਆਟੋਮੈਟਿਕ ਹੀ ਸਾਨੂੰ ਸੂਝ ਆਵੇਗੀ। ਹੁਣ ਇਹ ਇਤਿਹਾਸ ਸਾਡੇ ਅੱਜ ਦੇ ਸਮੇਂ ਵਿੱਚ ਸਾਡੇ ਘਰਾਂ ਵਿੱਚ ਹੋਣਾ ਚਾਹੀਦਾ ਹੈਗਾ। ਉੱਥੇ ਸਾਡੀ ਬੱਚੀ ਵੀ ਪੜ੍ਹੇ, ਸਾਡੀ ਨੂੰਹ ਵੀ ਪੜ੍ਹੇ, ਫੇਰ ਪਿਆਰ ਬਣੂਗਾ। ਤੇ ਨਹੀਂ ਆਪਾਂ ਨੂੰ ਪਤਾ ਵੀ ਕਲਮ ਕਿੱਧਰ ਚੱਲਦੀ ਹੈਗੀ।
ਕਹਿੰਦੇ ਨਾ ਮੈਂ ਇੱਥੇ ਦੁਬਾਰਾ ਇੱਕ ਗੱਲ ਸ਼ੁਰੂ ਕਰਾਂ। ਗੁਰੂ ਸਾਹਿਬ ਨੇ ਸਾਨੂੰ ਇੱਥੇ ਸਾਰੀ ਗੱਲਾਂ ਕਰਨ ਤੋਂ ਬਾਅਦ ਗੱਲ ਕਹਿ ਦਿੱਤੀ। ਕੀ ਕਿਹਾਗਾ? ਤੂੰ ਇੰਨੀ ਸਿਆਣੀ ਬਣ ਜਾ ਤੇ ਇੰਨੀ ਨਿਡਰ ਬਣ ਜਾ, ਤੈਨੂੰ ਕੋਈ ਧਮਕਾ ਵੀ ਨਾ ਸਕੇ, ਡਰ ਵੀ ਨਾ ਸਕੇ ਤੂੰ, ਤੇ ਨੰਬਰ 2 ਤੇ ਸਿਆਣੀ ਵੀ ਬਣ ਸਕੇ। ਇੱਕ ਤੁਸੀਂ ਫੂਲਣ ਦੇਵੀ ਨਾਂ ਦੀ ਔਰਤ ਸੁਣੀ ਹੋਣੀ ਆ, ਜਿਹਦੇ ਨਾਲ ਦੁਨੀਆ ਦੇ ਵਿੱਚ ਬਹੁਤ ਨਜਾਇਜ਼ ਧੱਕਾ ਹੋਇਆ, ਪਰ ਇੱਕ ਦਿਨ ਉਹਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਗੁਰੂ ਨਾਨਕ ਸਾਹਿਬ ਦੀ ਬਾਣੀ ਆਈ। ਚਲੋ ਬੇਸ਼ੱਕ ਉਹ ਬਾਅਦ ਵਿੱਚ ਡਾਕੂ ਬਣ ਗਈ ਸੀ। ਡਾਕੂ ਬਣਨ ਤੋਂ ਬਾਅਦ ਵਿੱਚ ਨਾ ਉਹ ਪਾਰਲੀਮੈਂਟ ਦੀ ਮੈਂਬਰ ਵੀ ਬਣੀ ਸੀ। ਕਹਿੰਦੇ ਜਦੋਂ ਉਹਦੇ ਨਾਲ ਧੱਕਾ ਹੋਇਆ ਤੇ ਉਹਨੂੰ ਦੁਨੀਆ 'ਚ ਇਨਸਾਫ ਨਾ ਮਿਲਿਆ, ਕਿਤੇ ਵੀ ਇਨਸਾਫ ਨਾ ਮਿਲਿਆ। ਫਿਰ ਉਹਨੇ ਜਦੋਂ ਬਾਬੇ ਨਾਨਕ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦਾ ਕਿੱਸਾ ਪੜ੍ਹਿਆ ਨਾ, ਜੇ ਤਾਂ ਹੁਣ ਸੋਹਣੀ ਮਹੀਵਾਲ ਸੱਸੀ ਪੁੰਨੂ ਵਰਗਿਆਂ ਦਾ ਕਿੱਸਾ ਪੜ੍ਹਦੀ ਫਿਰ ਤਾਂ ਗੜਬੜ ਹੋਣੀ ਸੀ। ਤੇ ਹੁਣ ਕਿੱਸੇ ਕਿਹਦੇ ਪੜ੍ਹੇ ਨੇ? ਮੇਰੇ ਬਾਪੂ ਦੇ। ਉਹਦੇ ਅੰਦਰ ਇੱਕ ਅੰਦਰ ਜਜ਼ਬਾ ਜਾਗਿਆ ਵੀ ਇਹਨਾਂ ਦਾ ਬਦਲਾ ਮੈਂ ਲਵਾਂਗੀ। ਤੇ 22 ਜਣੇ ਸੀ, 22 ਦਾ ਪੂਰੇ ਦਾ ਪੂਰਾ ਸਰੀਰ ਨਾ, 22 ਸਰੀਰਾਂ ਦਾ ਪੂਰੇ ਦਾ ਪੂਰਾ ਸਰੀਰ ਛਾਨਣੀ ਬਣਾਤਾ ਸੀਗਾ ਉਹ ਬੱਚੀ ਨੇ। ਹੁਣ ਉਹਨੂੰ ਵਰਤ ਰੱਖਣ ਦੀ ਲੋੜ ਪਊਗੀ, ਸੋਚ ਕੇ ਦੇਖੋ। ਉਹਨੂੰ ਵਰਤ ਰੱਖਣ ਦੀ ਲੋੜ, 22 ਦੇ ਭਾਵੇਂ 22 ਹੋਰ ਆ ਜਾਣ, 44 ਹੋ ਜਾਣ, 44 ਦੇ ਭਾਵੇਂ 88 ਹੋ ਜਾਣ, ਕੋਈ ਚੱਕਰ ਨਹੀਂ। ਕਹਿੰਦੇ ਜਿੰਨੇ ਮਰਜ਼ੀ ਆ ਜਾਣ, ਛਾਨਣੀ ਬਣਾ ਦੂੰ ਸਰੀਰ। ਤੇ ਅੱਜ ਸੋਚ ਕੇ ਦੇਖੋ। ਦੂਜਾ ਪੁਆਇੰਟ, 2010 ਦੀ ਖਬਰ ਆ ਗਈ ਤੇ ਉਹਦੇ ਵਿੱਚ ਇੱਕ ਨਾ ਦੇਹਰਾਦੂਨ ਤੋਂ ਪ੍ਰੋਫੈਸਰ ਅਗਵਾ ਕਰ ਲਿਆ। ਜਿਵੇਂ ਆਪਣੇ ਵੀ ਪਿੰਡਾਂ 'ਚ, ਸ਼ਹਿਰਾਂ 'ਚ ਬੱਚੇ ਅਗਵਾ ਹੋ ਜਾਂਦੇ ਨੇਗੇ। ਪ੍ਰੋਫੈਸਰ ਅਗਵਾ ਕਰ ਲਿਆ ਨਾ, ਤੇ ਉਹ ਪ੍ਰੋਫੈਸਰ ਤੋਂ ਉਹਦੇ ਘਰ ਵਾਲੀ ਨੂੰ ਫੋਨ ਕਰਵਾ ਦਿੱਤਾ ਡਾਕੂਆਂ ਨੇ, ਚੋਰਾਂ ਨੇ, ਠੱਗਾਂ ਨੇ। ਕਹਿੰਦੇ ਵੀ ਇੰਨੇ ਪੈਸੇ ਲੈ ਕੇ ਫਲਾਣੇ ਥਾਂ ਤੇ ਆ ਜਾ, ਤੇ ਤਾਂ ਤੇਰਾ ਪਤੀ ਛੱਡਿਆ ਜਾਵੇਗਾ, ਤੇ ਨਹੀਂ ਤੇਰਾ ਪਤੀ ਛੱਡਿਆ ਨਹੀਂ ਜਾਵੇਗਾ। ਹੁਣ ਜਿਹੜੀ ਉਹ ਬੱਚੀ ਨੂੰ ਫੋਨ ਕੀਤਾ ਨਾ, ਜਿਹੜੀ ਨੂੰ ਬੁਲਾਇਆਗਾ, ਉਹ ਗੁਰੂ ਨਾਨਕ ਸਾਹਿਬ ਤੇ ਟੇਕ ਰੱਖਣ ਵਾਲੀ ਆ। ਉਹ ਦਸਵੀਂ, ਪੁੰਨਿਆ, ਮੱਸਿਆ ਇਹਨਾਂ ਤੇ ਟੇਕ ਰੱਖਣ ਵਾਲੀ ਨਹੀਂ, ਉਹ ਵਰਤਾਂ ਤੇ ਟੇਕ ਰੱਖਣ ਵਾਲੀ ਨਹੀਂ, ਉਹ ਕਿਸੇ ਬ੍ਰਹਮਾ ਵਿਸ਼ਨੂੰ ਵਰਗਿਆਂ ਤੇ ਟੇਕ ਰੱਖਣ ਵਾਲੀ ਨਹੀਂ ਹੈ। ਉਹ ਟੇਕੀ ਤੇ ਰੱਖਦੀ ਆ, ਉਹ ਤਾਂ 10ਵੇਂ ਪਾਤਸ਼ਾਹ ਦੀ ਬਾਣੀ ਤੇ 10ਵੇਂ ਪਾਤਸ਼ਾਹ ਤੇ ਟੇਕ ਰੱਖਦੀ ਆ। ਉਹ ਕਹਿੰਦੀ ਕੋਈ ਗੱਲ ਨਹੀਂ, ਮੈਂ ਹੁਣੇ ਆ ਗਈ। ਕਿੰਨੇ ਪੈਸੇ ਚਾਹੀਦੇ ਆ? ਇੰਨੇ ਚਾਹੀਦੇ ਆ। ਪੈਸੇ ਵੀ ਜਿੰਨੇ ਸੀ ਚੱਕ ਲਏ, ਜਿੰਨੇ ਬਣੇ ਚੱਕ ਲਏ। ਜਿੰਨਾ ਆਪਣਾ ਸਰੀਰ ਸੋਨੇ ਦੇ ਗਹਿਣੇ ਨਾਲ ਲੱਦਿਆ ਗਿਆ ਉਹਨੇ ਲੱਦ ਲਿਆ, ਕਿਉਂਕਿ ਪ੍ਰੋਫੈਸਰ ਦੀ ਪਤਨੀ ਆ ਨਾ, ਅਮੀਰ ਆ, ਕੋਈ ਮਾਮੂਲੀ ਗੱਲ ਥੋੜੀ ਆ, ਪਰ ਹੈ ਬਾਬੇ ਨਾਨਕ ਦੀ ਬਾਣੀ ਤੇ ਟੇਕ ਰੱਖਣ ਵਾਲੀ। ਤੇ ਹੁਣ ਚੱਲ ਪਈ ਜਿੱਥੇ ਡਾਕੂਆਂ ਨੇ ਬੁਲਾਇਆ, ਕੋਈ ਨਾਲ ਪੁਲਿਸ ਨਹੀਂ, ਕੋਈ